सतनाम श्री वाहिगुरु साहिब जियो। तुध आगे अरदास हमारी जियो, पिंड सब तेरा। कहु नानक सब तेरी वड्याई, कोई नाउ ना जाने मेरा। सुख दाता पै भंजनो, तिस आगे कर अरदास। मेहर करे जिस मेहरबान, ता कारज आवे रास। मेहर करे जिस मेहरबान, ता कारज आवे रास। जुगो जुग अटल चवर छतर तखत दे मालक, दसां पातशाहियां जी दी जोत हाजर नाजर श्री गुरु ग्रंथ साहिब महाराज जी दे पावन पवित्र सतगुरां दे सन्मुख हजूरी अंदर जुड़ बैठी गुरु प्यारी। गुरु सवारी गुरु की साजी साज के निवाजी गुरु का खास रूप खालसा साध संगत जियो। आओ कुछ समय लई सतगुरु जी दे पावन पवित्र चरण कमलों दे नाल मन विरतियां कागर करके जुड़ करके बहन की कृपालता करिए समय और सुआसां नूं सफला करिए। सतगुरां दियां खुशियां प्राप्त करना करिए। चल रही लड़ीवार शब्द विचार कथा गुरबाणी सरवण करना करिए। आप संगत ने जो हुण तक लड़ीवार शब्द विचार कथा गुरबाणी सरवण करना कीती है, विचार इथों तक सी कि जिस वेले सतगुरु गुरु गोबिंद सिंह महाराज दसम पातशाह सतगुरु जी इधर पाउंटा साहिब के नज़दीक पंगाणी दे जंग युद्ध दे विच सतगुरु जी विराजमान ने। इत्थे सिखां नूं बख्शिशां रहमतां बरता रहे ने। इत्थे सतगुरु जी ਉਹ ਸਿੱਖਾਂ ਦੇ ਵਿੱਚ ਵੱਖਰਾ ਜਜ਼ਬਾ ਜੋਸ਼ ਪ੍ਰਦਾਨ ਕਰ ਰਹੇ ਨੇ। ਜਿਹੜੇ ਸਿੱਖ ਜੰਗ ਮੈਦਾਨ ਦੇ ਵਿੱਚ ਜੁੱਝ ਕੇ ਸ਼ਹੀਦੀਆਂ ਪ੍ਰਾਪਤ ਕਰਕੇ ਆਪਣਾ ਜਨਮ ਜੀਵਨ ਗੁਰੂ ਨਾਨਕ ਦੇ ਦਰ ਕਰ ਲੇਖੇ ਲਾ ਕੇ ਫਾਨੀ ਸੰਸਾਰ ਦੇ ਵਿੱਚ ਆਉਣ ਜਾਣ ਜੰਮਣ ਮਰਨ ਦੇ ਚੱਕਰਾਂ ਤੋਂ ਨਿਵਰਤ ਪਏ ਹੁੰਦੇ ਨੇ। ਤੇ ਹੁਣ ਰਾਜਾ ਫਤਿਹ ਸ਼ਾਹ ਜੀ ਨੇ ਵੱਡੀ ਗਿਣਤੀ ਵਿੱਚ ਸਤਿਗੁਰ ਦੇ ਸਨਮੁਖ ਫੌਜ ਚਾੜ ਕੇ ਲਿਆਂਦੀ ਹੈ। ਬੇਅੰਤ ਗਿਣਤੀ ਦੀ ਫੌਜ ਹੈ। ਤੇ ਇਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਤਿਗੁਰ ਦੇ ਪਿਆਰੇ ਸਿੱਖ ਸੇਵਕ ਜਿਹੜੇ ਕੁਝ ਕੁ ਗਿਣਤੀ ਦੇ ਆ। ਤੇ ਇਹ ਸਤਿਗੁਰ ਦੇ ਸਿੱਖ ਸੇਵਕ ਸੂਰਮੇ ਭਾਵੇਂ ਥੋੜੇ ਨੇ, पर थोड़िया ने बहुत ही वड्डी घमसान दा जंग युद्ध मचा देना कीता। बहुता वड्डा तड़थल मचा देना कीता जंगे मैदान दे अंदर। हुण जीत मल संगो शाह दा जिहड़ा भराता है, ये 5 भरा सन। इन्हां दे विचों हुण जीत मल जी शहीद हो गए। ते जदों शहीद होए ने हरी चंद राजे ने विचार की, बहुत वड्डा निपुण है जंगे मैदान दे विच, काफ़ी जंग जोर दिखा देण वाला है, इदां दा विचार करन वाला है, काफ़ी वड्डा सूरमा। हुण भीखन खां वर्गे निजावत खां वर्गे वो सतगुरु गुरु गोबिंद सिंह महाराज ते उमंड के आए ने, चढ़ के चढ़ाई करके आए ने। उस वक्त उन्हां भीखन खां वर्गियां ने देखिया कि सतगुरु गुरु गोबिंद सिंह महाराज दी जिहड़ी फौज है, वो सतगुरु दे सिख काफ़ी बड़े पद्धर ते साडे
ਨੁਕਸਾਨ ਕਰ ਰਹੇ ਨੇ, ਫੌਜ ਨੂੰ ਮਾਰ ਰਹੇ ਨੇ। ਤਣ ਭੀਖਨ ਖਾਂ, ਨਿਜਾਤ ਖਾਂ, ਹਰੀ ਚੰਦ ਉਸ ਵਕਤ ਇਹ ਕਾਫੀ ਰਾਜੇ ਨੇ ਜਿਨ੍ਹਾਂ ਨੇ ਮੇਨ ਕਾਫੀ ਫੌਜ ਦੇ ਸਰਦਾਰ ਹੈ ਜਿਨ੍ਹਾਂ ਨੇ ਅੱਗੇ ਹੋ ਕੇ ਜੰਗ ਮੈਦਾਨ ਦੇ ਵਿੱਚ ਲੜਨ ਦੀ, ਆਪ ਖੁਦ ਨਿਤਰਨ ਦੀ ਵਿਚਾਰ ਬਣਾ ਲਈ ਹੈ। ਤੇ ਇਧਰੋਂ ਰਾਜਾ ਫਤਿਹ ਸ਼ਾਹ ਉਹਨੇ ਵਿਚਾਰ ਕੀਤੀ ਹੈ, ਸ਼੍ਰੀਨਗਰ ਦਾ ਰਾਜਾ, ਕਿ ਸਤਿਗੁਰ ਦੀ ਫੌਜ ਬੜੀ ਭਾਰੀ ਪੈਂਦੀ ਆ। ਉਹਨੇ ਆਪਣੇ ਪ੍ਰਾਣਾਂ ਨੂੰ ਚੰਗੇ ਪਿਆਰੇ ਸਮਝ ਕੇ ਉਸ ਵਕਤ ਉਹ ਜੰਗ ਮੈਦਾਨ ਦੇ ਵਿੱਚੋਂ ਅੱਗੇ ਜਾਣ ਦੀ ਵਿਚਾਰ ਬਣਾ ਲਈ। ਇੱਥੋਂ ਅੱਗੇ ਤੁਰ ਗਿਆ, ਪਿੱਛੇ ਹਟ ਗਿਆ, ਪਿੱਛੇ ਹਟ ਕੇ ਅੱਗੇ ਵੱਲ ਆਪਣੇ ਇਧਰ ਸ਼੍ਰੀਨਗਰ ਵੱਲ ਪਿੱਛੇ ਨੂੰ ਜਾ ਰਿਹਾ। ਤੇ ਉਸ ਵਕਤ ਹਰੀ ਚੰਦ ਨੇ ਦੇਖਿਆ ਰਾਜਾ ਫਤਿਹ ਸ਼ਾਹ ਵਾਪਸ ਮੁੜਦਾ ਜਾ ਰਿਹਾ। ਆਪਣੇ ਪ੍ਰਾਣਾਂ ਨੂੰ, ਆਪਣੀ ਜਾਨ ਨੂੰ ਚੰਗੀ ਪਿਆਰੀ ਸਮਝ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਨਮੁਖ ਜਿਹੜੀ ਲੜਨ ਤੋਂ ਉਹ ਵਿਚਾਰ ਪਿੱਛੇ ਹਟਾ ਰਿਹਾ। ਉਸ ਵਕਤ ਗੁਰੂ ਪਿਆਰਿਓ, ਹੁਣ ਜਿਹੜੀ ਇਹਨਾਂ ਦੀ ਫੌਜ ਹੈ ਉਹਨਾਂ ਦੇ ਮਨ ਦੇ ਵਿੱਚ ਵੀ ਇਹ ਵਿਚਾਰ ਪੈਦਾ ਹੋ ਗਈ ਕਿ ਹੁਣ ਰਾਜਾ ਫਤਿਹ ਸ਼ਾਹ ਪਿੱਛੇ ਹਟਦਾ ਜਾਂਦਾ, ਸਾਡੀ ਹਾਰ ਪੱਕੀ ਹੈ। ਪਰ ਫੇਰ ਵੀ ਨਿਜਾਤ ਖਾਂ, ਭੀਖਨ ਖਾਂ, ਰਾਜਾ ਹਰੀ ਚੰਦ ਉਹਨਾਂ ਨੇ ਵਿਚਾਰ ਕੀਤੀ। ਉਹ ਕਹਿੰਦੇ ਉਹ ਮੰਡ ਕੇ ਪੈ ਜਾਓ, ਕਿ ਦਫਾ ਸਤਿਗੁਰ ਦੀ ਫੌਜ ਤੋਂ ਫਤਿਹ ਪ੍ਰਾਪਤ ਕਰ ਲੋ। ਜਕਦਮ ਘੇਰਾ ਪਾ ਕੇ ਹੱਲਾ ਕਰਕੇ ਸਤਿਗੁਰ ਦੀ ਫੌਜ ਦਾ ਘਾਣ ਕਰ ਦਿਓ, ਮਾਰ ਮੁਕਾ ਦਿਓ, ਵੱਡੀ ਫਤਿਹ ਪ੍ਰਾਪਤ ਕਰ ਲਿਓ। ਇਦਾਂ ਦੀ ਵਿਚਾਰ ਕੀਤੀ। ਤੇ ਉਸ ਵਕਤ ਭੀਖਨ ਖਾਂ, ਨਿਜਾਤ ਖਾਂ ਇਹ ਅੱਗੇ ਆ ਕੇ ਲੜੇ ਨੇ, ਪ੍ਰਾਪਤ ਹੋਏ ਨੇ। ਹੁਣ ਲੜਦੇ ਲੜਦੇ ਇਹਨਾਂ ਨੇ ਬੇਅੰਤ ਵਿਚਾਰ ਕੀਤੀ, ਪ੍ਰਾਪਤ ਕੀਤੀ ਹੈ। ਉਹ ਵੀ ਸ਼ਹੀਦ ਹੋ ਗਏ ਨੇ, ਉਹਨਾਂ ਨੇ ਵੀ ਸ਼ਹੀਦੀਆਂ ਪ੍ਰਾਪਤ ਕੀਤੀਆਂ। ਕਾਫੀ ਜੰਗ ਮੈਦਾਨ ਦੇ ਵਿੱਚ ਜ਼ੋਰ ਦਿਖਾ ਕੇ, ਕਾਫੀ ਇੱਕ ਦੂਜੇ ਨੂੰ ਫੱਟੜ ਕਰਕੇ ਦੋਨਾਂ ਪਾਸਿਆਂ ਦੀ ਫੌਜ ਬੇਅੰਤ ਇਦਾਂ ਦੀ ਵਿਚਾਰ ਦੇਖਣ ਨੂੰ ਮਿਲਦੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਦੋਨਾਂ ਪਾਸਿਆਂ ਦੀ ਫੌਜ ਕਾਫੀ ਮਰ ਚੁੱਕੀ ਹੈ। ਕਿਸੇ ਦੇ ਸਰੀਰ ਨੂੰ ਕੱਟ ਦਿੱਤਾ ਗਿਆ, ਕਿਸੇ ਦੇ ਸਰੀਰ ਦੇ ਅੰਗ ਪੈਰ ਟੁੱਟ ਗਏ ਨੇ, ਕਿਸੇ ਦਾ ਸਿਰ ਧੜ ਦੇ ਨਾਲੋਂ ਵੱਖ ਕੀਤਾ ਪਿਆ, ਕਿਸੇ ਯੋਧੇ ਦਾ ਸਰੀਰ ਜੰਗ ਮੈਦਾਨ ਦੇ ਵਿੱਚ ਵੱਡੇ ਪੱਧਰ ਤੇ ਜ਼ਖਮੀ ਹੋ ਕੇ ਤੜਫ ਰਿਹਾ। ਕੋਈ ਪਾਣੀ ਦੀ ਮੰਗ ਕਰ ਰਿਹਾ, ਕੋਈ ਕਿਵੇਂ ਪਿਆ। ਵੱਡਾ ਘਮਸਾਨ ਦਾ ਯੁੱਧ ਮਚਿਆ। ਉਹ ਧਰਤੀ ਲਾਲ ਰੰਗ ਦੀ ਖੂਨ ਦੇ ਨਾਲ ਹੋ ਗਈ। ਉਸ ਵਕਤ ਕੱਚਾ ਥਾਂ ਹੈ, ਕੱਚੀ ਧਰਤੀ ਹੈ, ਬੰਜਰ ਜ਼ਮੀਨ ਹੈ। ਹੁਣ ਉਹ ਜਿਹੜੀ ਬੰਜਰ ਜ਼ਮੀਨ ਹੈ, ਜਿਹਨੂੰ ਪਾਣੀ ਕਦਾਚਿਤ ਦੀ ਪ੍ਰਾਪਤੀ ਨਹੀਂ ਹੁੰਦੀ ਸੀ, ਅੱਜ ਉਹ ਧਰਤੀ ਲਹੂ ਦੇ ਨਾਲ ਲਾਲ ਰੰਗ ਦੀ ਹੋ ਕੇ ਪਾਣੀ ਦੀ ਥਾਂ ਤੇ ਖੂਨ ਦੇ ਨਾਲ ਆਪਣੀ ਪਿਆਸ ਬੁਝਾ ਰਹੀ ਹੈ। ਇਦਾਂ ਦੀ ਬਣੀ ਹੈ। ਕਿਤੇ ਘੋੜੇ ਡਿੱਗੇ ਪਏ ਨੇ, ਘੋੜਿਆਂ ਦੇ ਜਿਹੜੇ ਸੀਨੇ ਕੱਟ ਦਿੱਤੇ ਗਏ ਨੇ, ਵੱਢ ਦਿੱਤੇ ਗਏ, ਜ਼ਖਮੀ ਕਰ ਦਿੱਤੇ ਗਏ ਨੇ। ਹੁਣ ਜਿਵੇਂ ਉਹ ਸੂਰਮੇ ਸ਼ਹੀਦ ਹੋ ਕੇ ਡਿੱਗੇ ਪਏ, ਉਵੇਂ ਦੇ ਉਵੇਂ ਪਏ ਆ। ਕਿਸੇ ਦੇ ਹੱਥ ਵਿੱਚ ਕਿਵੇਂ ਕਿਰਪਾਨ ਰਹਿ ਗਈ, ਕਿਸੇ ਦੇ ਸਰੀਰ ਵਿੱਚ ਕਿਰਪਾਨ ਵੱਜੀ ਰਹਿ ਗਈ, ਕਿਸੇ ਦੇ ਹੱਥ ਵਿੱਚ ਢਾਲ ਪਕੜੀ ਰਹਿ ਗਈ, ਜਿਉਂਦੇ ਡਿੱਗਦੇ ਤਿਉਂ ਹੀ ਉੱਥੇ ਪਏ ਨੇ। ਇਦਾਂ ਦਾ ਦ੍ਰਿਸ਼ ਦੇਖਿਆ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਸਮ ਪਾਤਸ਼ਾਹ ਸਤਿਗੁਰੂ ਜੀ ਨੇ ਦੇਖਿਆ ਕਿ ਜੀਤ ਮੱਲ ਜੀ ਸ਼ਹੀਦ ਹੋ ਗਏ। ਇਧਰੋਂ ਸ਼ੰਗੋ ਸਾਹਿਬ ਵੀ ਸ਼ਹੀਦ ਹੋਇਆ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਿਚਾਰ ਕੀਤੀ, ਹੁਣ ਇਹ ਜੰਗ ਦੀ ਫਤਿਹ ਕਰ ਦੇਣੀ ਚਾਹੀਦੀ ਹੈ, ਫਤਿਹ ਪ੍ਰਾਪਤ ਕਰ ਲੈਣੀ ਚਾਹੀਦੀ ਹੈ। ਬੜੇ ਸਿੱਖ ਸ਼ਹੀਦ ਹੋ ਗਏ ਨੇ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਵੇਲੇ ਆਪਣਾ ਬਹੁਤ ਵਧੀਆ ਫੁਰਤੀਲਾ ਘੋੜਾ ਪ੍ਰਾਪਤ ਕੀਤਾ। ਉਹ ਘੋੜਾ ਪ੍ਰਾਪਤ ਕਰਕੇ ਸਤਿਗੁਰੂ ਜੀ ਨੇ ਆਪਣੇ ਕਮਰ ਕਸਾ ਪ੍ਰਾਪਤ ਕੀਤਾ। ਕਮਰ ਕਸਾ ਪ੍ਰਾਪਤ ਕਰਕੇ ਪੱਥਾ ਤੀਰਾਂ ਦਾ ਭਰ ਕੇ ਸਤਿਗੁਰੂ ਜੀ ਨੇ
ਉਸ ਤੋਂ ਉਪਰੰਤ ਕਮਾਨ ਪ੍ਰਾਪਤ ਕੀਤੀ, ਬਹੁਤ ਵਧੀਆ ਕਿਰਪਾਨ ਪ੍ਰਾਪਤ ਕੀਤੀ ਸਤਿਗੁਰੂ ਜੀ ਨੇ। ਆਪ ਹੁਣ ਜੰਗ ਮੈਦਾਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਿਤਰਨ ਲੱਗੇ ਨੇ। ਸਤਿਗੁਰ ਨੇ ਵਿਚਾਰ ਬਣਾਈ, ਹੁਣ ਕਹਿੰਦੇ ਫਤਿਹ ਪ੍ਰਾਪਤ ਕਰ ਲੈਣੀ ਚਾਹੀਦੀ ਹੈ, ਜੰਗ ਮੈਦਾਨ ਨੂੰ ਇੱਥੇ ਹੀ ਸਮਾਪਤ ਕਰ ਦੇਣਾ ਚਾਹੀਦਾ। ਸਤਿਗੁਰੂ ਜੀ ਨੇ ਵਿਚਾਰ ਕੀਤੀ। ਉਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਘੋੜੇ ਦੀ ਪ੍ਰਾਪਤੀ ਕੀਤੀ, ਪੂਰਨ ਤੌਰ ਤੇ ਸ਼ਸਤਰ ਵਸਤਰ ਧਾਰਨ ਕਰਕੇ ਘੋੜੇ ਤੇ ਸਵਾਰੀ ਪ੍ਰਾਪਤ ਕੀਤੀ। ਰਣਜੀਤ ਨਗਾਰਾ ਵੱਜਿਆ, ਯਕਦਮ ਉੱਚੀ ਆਵਾਜ਼ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਜੰਗ ਮੈਦਾਨ ਦੇ ਵਿੱਚ ਉਤਰਨ ਲੱਗੇ ਨੇ। ਹੁਣ ਵੈਰੀਆਂ ਦੀ ਖੈਰ ਨਹੀਂ। ਜਿਹੜੇ ਵੈਰੀ ਆਪਣੇ ਆਪ ਦੇ ਵਿੱਚ ਇਹ ਸਮਝਦੇ ਨੇ ਕਿ ਸਤਿਗੁਰ ਤੋਂ ਫਤਿਹ ਪ੍ਰਾਪਤ ਕਰ ਲਵਾਂਗੇ, ਸਤਿਗੁਰ ਜੀ ਤੋਂ ਜਿੱਤ ਪ੍ਰਾਪਤ ਕਰ ਲਵਾਂਗੇ, ਹੁਣ ਉਹਨਾਂ ਵੈਰੀਆਂ ਦੇ ਮਨ ਦਾ ਦਿਲ ਦਾ ਭੁਲੇਖਾ ਸਤਿਗੁਰ ਜੀ ਦੂਰ ਕਰਨ ਲੱਗੇ ਨੇ। ਆਪ ਜੰਗ ਮੈਦਾਨ ਵਿੱਚ ਗਏ, ਜਾ ਕਰਕੇ ਸਤਿਗੁਰੂ ਜੀ ਨੇ ਜੰਗ ਮੈਦਾਨ ਦੇ ਵਿੱਚੋਂ ਦੇਖਿਆ ਰਾਜਾ ਹਰੀ ਚੰਦ ਭੀਖਨ ਸ਼ਾਹ। ਉਹਨਾਂ ਨੂੰ ਦੇਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਯਕਦਮ ਚਿੱਲੇ ਤੇ ਚਾੜ ਕੇ ਤੀਰ ਖਿੱਚ ਕੇ ਕੰਨ ਕੋਲ ਤੱਕ ਖਿੱਚ ਕੇ ਉਹ ਤੀਰ ਛੱਡਿਆ। ਤੀਰ ਛੂਕਦਾ ਜਾਂਦਾ, ਕਹਿੰਦੇ ਕਈ ਵੈਰੀਆਂ ਨੂੰ ਵਿੰਨ ਕੇ ਰੱਖ ਦਿੰਦਾ, ਜਿਵੇਂ ਕਹਿੰਦੇ ਕੋਈ ਮਾਲੀ ਕਿਸੇ ਧਾਗੇ ਵਿੱਚ ਬਹੁਤੇ ਫੁੱਲਾਂ ਦੀ ਮਾਲਾ ਪਰੋ ਦਿੱਤੀ ਜਾਂਦੀ ਹੋਵੇ ਨਾ, ਏਦਾਂ ਤੀਰ ਕਈ ਮਨੁੱਖਾਂ ਦੇ ਪਠਾਨਾਂ ਦੇ ਵੈਰੀਆਂ ਦੇ ਸੀਨੇ ਵਿੱਚ ਦੀ ਲੰਘ ਜਾਂਦਾ, ਉਹਨਾਂ ਦੇ ਸੀਨਿਆਂ ਨੂੰ ਪਰੋ ਕੇ ਰੱਖ ਦਿੰਦਾ। ਇਦਾਂ ਦਾ ਦ੍ਰਿਸ਼ ਦੇਖਣ ਨੂੰ ਮਿਲਿਆ। ਉਸ ਵਕਤ ਕਵੀ ਸੰਤੋਖ ਸਿੰਘ ਜੀ ਲਿਖਦੇ ਆ, ਸਤਿਗੁਰੂ ਜੀ ਹੁਣ ਆਪ ਜੰਗ ਮੈਦਾਨ ਦੇ ਵਿੱਚ ਬਹੁਤ ਵੱਡਾ ਇਦਾਂ ਦਾ ਰੂਪ ਧਾਰਨ ਕਰਕੇ ਪਹੁੰਚੇ ਨੇ ਕਿ ਵੈਰੀਆਂ ਨੂੰ ਹੁਣ ਹੱਥਾਂ ਪੈਰਾਂ ਦੀ ਪ੍ਰਾਪਤ ਹੋ ਗਈ, ਪੈ ਗਈ ਹੈ। ਉਸ ਵਕਤ ਦੇਖਦੇ ਨੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਨਿਤਰੇ ਨੇ, ਫਟਾਫਟ ਸਤਿਗੁਰੂ ਜੀ ਤੇ ਵਾਰ ਕਰੋ, ਸਤਿਗੁਰੂ ਜੀ ਨੂੰ ਮਾਰ ਦਿਓ, ਸ਼ਹੀਦ ਕਰ ਦਿਓ ਤੇ ਫਤਿਹ ਪ੍ਰਾਪਤ ਕਰ ਲਓ। ਹੁਣ ਮੇਨ ਕਮਾਂਡਰ ਫੌਜ ਦਾ ਜਿਹੜਾ ਮਾਰ ਦਿੱਤਾ ਜਾਵੇ। ਜਿਹੜੀ ਫੌਜ ਦਾ ਮੇਨ ਕਮਾਂਡਰ ਮਰ ਗਿਆ, ਕਹਿੰਦੇ ਉਹ ਫੌਜ ਦਾ ਆਟੋਮੈਟਿਕਲੀ ਹਰਨਾ ਨਿਯੁਕਤ ਹੈ, ਪੱਕੇ ਤੌਰ ਤੇ ਹੈ। ਉਸ ਵਕਤ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਵਾਰ ਕਰੋ। ਹੁਣ ਕਿਹੜਾ ਜਿਹੜਾ ਸਤਿਗੁਰ ਤੇ ਵਾਰ ਕਰੇ? ਉਸ ਵਕਤ ਰਾਜਾ ਹਰੀ ਚੰਦ ਉਹਨੇ ਸਤਿਗੁਰ ਤੇ ਵਾਰ ਕਰਨਾ ਚਾਹਿਆ, ਭਾਵੇਂ ਜ਼ਖਮੀ ਹੈ ਰਾਜਾ ਹਰੀ ਚੰਦ, ਪਰ ਜੰਗ ਮੈਦਾਨ ਦੇ ਵਿੱਚ ਕਾਫੀਏ ਦੀ ਜਿਹੜੀ ਸ਼ਲਾਘਾ ਹੁੰਦੀ, ਕਾਫੀਏ ਦੇ ਸੂਰਮਤਾ ਦੀਆਂ ਗੱਲਾਂ ਹੁੰਦੀਆਂ ਨੇ। ਉਸ ਵਕਤ ਰਾਜਾ ਹਰੀ ਚੰਦ ਨੇ ਤੀਰ ਕੱਢਿਆ ਆਪਣੇ ਪੱਥੇ ਚੋਂ, ਚਿੱਲੇ ਤੇ ਚਾੜ ਕੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਇਧਰ ਵੱਲ ਛੱਡਿਆ। ਹੁਣ ਇਹਦਾ ਰਾਜੇ ਹਰੀ ਦਾ, ਇਹ ਹਰੀ ਚੰਦ ਦਾ ਜਿਹੜਾ ਤੀਰ ਹੈ, ਇਹਦੀਆਂ ਗੱਲਾਂ ਹੁੰਦੀਆਂ, ਇਹ ਤੀਰ ਅੰਦਾਜ਼ੀ ਵਿੱਚ ਬੜਾ ਪੱਕਾ ਏ, ਬਹੁਤ ਵੱਡੀ ਇਹਦੀਆਂ ਗੱਲਾਂ ਹੁੰਦੀਆਂ, ਲੋਕ ਇਹਦੀ ਤੀਰ ਅੰਦਾਜ਼ੀ ਨੂੰ ਮੰਨਦੇ ਨੇ। ਉਸ ਵਕਤ ਉਹਨੇ ਤੀਰ ਪੱਥੇ ਚੋਂ ਕੱਢਿਆ ਹਰੀ ਚੰਦ ਨੇ, ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਲ ਛੱਡਿਆ ਨਿਸ਼ਾਨਾ ਬੰਨ ਕੇ। ਤੇ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਲ ਨਿਸ਼ਾਨਾ ਬੰਨ ਕੇ ਛੱਡਿਆ, ਉਹ ਤੀਰ ਛੂਕਦਾ ਹੋਇਆ ਸੱਪ ਵਾਂਗ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਨਮੁਖ ਪਹੁੰਚਿਆ ਤੇ ਅਚਨਚੇਤ ਉਹ ਤੀਰ ਦਾ ਨਿਸ਼ਾਨਾ ਨਾ ਜਿਹੜਾ ਉਹ ਚੁੱਕ ਗਿਆ। ਉਸ ਵਕਤ ਉਹ ਤੀਰ ਜਾ ਕੇ ਸਿੱਧਾ ਘੋੜੇ ਦੀ ਛਾਤੀ ਤੇ ਲੱਗਿਆ ਤੇ ਘੋੜੇ ਦੇ ਤੀਰ ਇੰਨੇ ਜ਼ੋਰ ਦੀ ਛਾਤੀ ਤੇ ਲੱਗਿਆ, ਸਤਿਗੁਰ ਦੀ ਕਿਰਪਾ ਹੋਈ, ਯਕਦਮ ਘੋੜੇ ਦੇ ਉੱਤੇ ਤੀਰ ਲੱਗਦਾ ਹੋਇਆ ਉਹ ਇੱਕ ਪਾਸੇ ਦੀ ਛਾਤੀ ਦੇ ਛੂਹ ਕੇ ਥੋੜਾ ਜਿਹਾ ਜ਼ਖਮ ਕਰਕੇ ਪਾਸੇ ਦੀ ਲੰਘ ਗਿਆ ਤੇ ਦੂਜਾ ਸਤਿਗੁਰ ਦੇ ਸਨਮੁਖ ਨੇ ਤੀਰ ਮਾਰਨ ਦੀ ਵਿਚਾਰ ਕੀਤੀ, ਦੂਜਾ ਤੀਰ ਮਾਰ ਲੱਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੰਨ ਦੇ ਕੋਲ ਦੀ ਲੰਘ ਗਿਆ ਉਹ ਤੀਰ। ਹੁਣ ਤੀਜਾ ਤੀਰ ਮਾਰ ਲੱਗਿਆ ਉਹ ਹਰੀ ਚੰਦ। ਉਹਨੇ ਮਨ ਵਿੱਚ ਵਿਚਾਰ ਕੀਤੀ ਕਿ ਅੱਜ ਤੱਕ ਮੈਥੋਂ ਕੋਈ ਬਚਿਆ ਨਹੀਂ,
ਜਿਸ ਮਨੁੱਖ ਦੇ ਮੇਰਾ ਤੀਰ ਜਾ ਕੇ ਲੱਗਦਾ ਨਾ, ਉਸੇ ਵਕਤ ਉਹ ਮਨੁੱਖ ਪ੍ਰਾਣ ਤਿਆਗ ਦਿੰਦਾ, ਉਸੇ ਵਕਤ ਉਹ ਸਰੀਰ ਛੱਡ ਜਾਂਦਾ, ਮਰ ਜਾਂਦਾ, ਮਿਰਤੂ ਹੋ ਜਾਂਦਾ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਰ ਕਿਉਂ ਨਹੀਂ ਲੱਗਦਾ? ਸਤਿਗੁਰੂ ਜੀ ਤੀਰ ਤੋਂ ਚੁੱਕ ਕਿਉਂ ਜਾਂਦੇ ਨੇ? ਨਿਸ਼ਾਨਾ ਮੇਰਾ ਕਿਉਂ ਚੁੱਕ ਜਾਂਦਾ? ਉਸ ਵੇਲੇ ਵਿਚਾਰ ਕਰਨ ਲੱਗਾ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਈ ਕਿਵੇਂ ਇਦਾਂ ਵਾਰ ਕਰ ਸਕੇ? ਭਾਵ ਨਹੀਂ, ਦੁਨੀਆ ਦੀ ਕੋਈ ਤਾਕਤ ਨਹੀਂ ਸਤਿਗੁਰ ਤੇ ਵਾਰ ਕਰ ਸਕੇ। ਉਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਾਰ ਕਰਨ ਵਾਸਤੇ ਨੇ ਤੀਜਾ ਤੀਰ ਪੱਥੇ ਚੋਂ ਕੱਢਿਆ, ਸਤਿਗੁਰ ਦੀ ਛਾਤੀ ਦਾ ਨਿਸ਼ਾਨਾ ਬਿੰਨ ਕੇ ਤੀਰ ਮਾਰਿਆ। ਤੀਰ ਜਦੋਂ ਚੱਲੇ ਤੇ ਚਾੜ ਕੇ ਛੱਡਿਆ ਨਾ, ਮਾਰਿਆ ਸਤਿਗੁਰ ਬਲਵਾਨ, ਉਹ ਛਾਤੀ ਦਾ ਨਿਸ਼ਾਨਾ ਬਿੰਨ ਕੇ ਮਾਰਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਮਰ ਕਸਾ, ਪੇਟੀ ਕਮਰ ਕਸਾ ਲੱਗਾ ਸੀ, ਤੇ ਕਮਰ ਕਸੇ ਦੇ ਨਾਲ ਜਿਹੜਾ ਤੀਰਾਂ ਵਾਲਾ ਪੱਥਾ, ਉਹਨੂੰ ਚਮੜੇ ਦੀ ਮੋਟੀ ਬੈਲਟ ਲੱਗੀ ਹੋਈ ਹੈ। ਉਹ ਇੰਨੀ ਮੋਟੀ ਹੈ ਚਮੜੇ ਦੀ ਬੈਲਟ ਕਿ ਕਿਸੇ ਪ੍ਰਕਾਰ ਕੋਈ ਇਦਾਂ ਦਾ ਤੀਰ ਉਹ ਨੁਕਸਾਨ ਨਹੀਂ ਪਹੁੰਚਾ ਸਕਦਾ ਮਨੁੱਖ ਦਾ। ਇਦਾਂ ਦੀ ਵਿਚਾਰ ਕੀਤੀ, ਸੱਜ ਧੱਜ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ਼ਸਤਰਾਂ ਨਾਲ ਲੈਸ ਹੋ ਕੇ ਜੰਗ ਮੈਦਾਨ ਦੇ ਵਿੱਚ ਉਤਰੇ ਨੇ, ਤੇ ਨੇ ਸਤਿਗੁਰ ਦਾ ਛਾਤੀ ਦਾ ਨਿਸ਼ਾਨਾ ਬਿੰਨ ਕੇ ਤੀਰ ਛੱਡਿਆ। ਤੀਰ ਜਕਦਮ ਸਤਿਗੁਰ ਦੇ ਕੋਲ ਪਹੁੰਚਿਆ, ਉੱਥੇ ਪਹੁੰਚਿਆ ਜਿੱਥੇ ਨੇ ਨਿਸ਼ਾਨਾ ਬਿੰਨਿਆ, ਤੇ ਸਤਿਗੁਰ ਦੀ ਜਾ ਕੇ ਛਾਤੀ ਤੇ ਲੱਗਿਆ। ਛਾਤੀ ਦੇ ਉੱਪਰਲੇ ਪਾਸੇ ਦੀ ਪੱਥੇ ਵਾਲੇ ਚਮੜੇ ਦੀ ਬੈਲਟ ਲੰਘਦੀ ਸੀ, ਉਹ ਜਾ ਕੇ ਚਮੜੇ ਦੀ, ਸੁੱਕੇ ਚਮੜੇ ਦੀ ਬੈਲਟ ਦੇ ਉੱਤੇ, ਬੰਨ ਦੇ ਉੱਤੇ ਜਾ ਕੇ ਵੱਜਿਆ ਤੀਰ। ਹੁਣ ਸੁੱਕੇ ਚਮੜੇ ਨੂੰ ਕੋਈ ਭਾਵੇਂ ਬਹੁਤੀ ਤਿੱਖੀ ਧਾਰ ਹੋਵੇ, ਉਹ ਕੱਟ ਨਹੀਂ ਸਕਦੀ, ਨਾ ਜਾ ਕੇ ਸਿੱਧੀ ਵੱਜ ਕੇ ਪ੍ਰਵੇਸ਼ ਨਹੀਂ ਕਰ ਸਕਦੀ। ਉਸੇ ਵਕਤ ਉਹ ਤੀਰ ਸਤਿਗੁਰ ਦੀ ਛਾਤੀ ਵਿੱਚ ਵੱਜਿਆ, ਤੇ ਬੜੀ ਜ਼ੋਰ ਦੇ ਨਾਲ ਤੀਰ ਛੱਡਣ ਦੇ ਕਾਰਨ ਕਰਕੇ ਉਹ ਤੀਰ ਚਮੜੇ ਦੇ ਬੈਲਟ ਨੂੰ ਵੀ ਪਾੜ ਕੇ ਅੱਗੇ ਸਤਿਗੁਰ ਦੀ ਛਾਤੀ ਵਿੱਚ ਜਾ ਕੇ ਲੱਗਿਆ, ਤੇ ਛਾਤੀ ਵਿੱਚ ਲੱਗਣ ਕਾਰਨ ਕਰਕੇ ਥੋੜਾ ਜਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਪਵਿੱਤਰ ਛਾਤੀ ਤੇ ਸੀਨੇ ਤੇ ਜ਼ਖਮ ਹੋਇਆ, ਤੇ ਕੁਝ ਕੁ ਬੂੰਦਾਂ ਸਤਿਗੁਰ ਦੇ ਬਲੱਡ ਦੀਆਂ, ਲਹੂ ਦੀਆਂ ਉਸ ਵਕਤ ਤੋਂ ਸੀਨੇ ਚੋਂ ਨਿਕਲੀਆਂ, ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੜੇ ਖੁਸ਼ ਹੋਏ। ਭਾਵੇਂ ਹਰੀ ਚੰਦ ਸਤਿਗੁਰ ਦਾ ਵੈਰੀ ਹੈ, ਵਿਰੋਧੀ ਹੈ, ਸਤਿਗੁਰ ਨੇ ਹਰੀ ਚੰਦ ਦੀ ਸ਼ਲਾਘਾ ਕੀਤੀ, ਕਹਿੰਦੇ ਵਾਹ ਬਈ ਵਾਹ, ਇਹ ਸੂਰਮਿਆਂ ਵਾਲੀ ਗੱਲ ਹੈ, ਇਹ ਬਹੁਤ ਵੱਡੇ ਯੋਧਿਆਂ ਵਾਲੀ ਗੱਲ ਹੈ। ਬੜਾ ਵੱਡਾ ਵਧੀਆ ਕੱਸ ਕੇ ਬਾਣ ਮਾਰਿਆ, ਤੀਰ ਮਾਰਿਆ, ਛਾਤੀ ਦਾ ਨਿਸ਼ਾਨਾ ਬਿੰਨ ਕੇ ਮਾਰਿਆ। ਪਰ ਕਹਿੰਦੇ ਖੁਦਾ ਨੂੰ, ਪ੍ਰਮਾਤਮਾ ਨੂੰ ਕੁਝ ਹੋਰ ਪਾਉਂਦਾ, ਤੂੰ ਤੇ ਸਾਨੂੰ ਮਾਰਨਾ ਚਾਹੁੰਦਾ ਏ। ਪ੍ਰਮਾਤਮਾ ਸਾਨੂੰ ਰੱਖਣਾ ਚਾਹੁੰਦੇ, ਜਿਹਦੇ ਵੱਲ ਪ੍ਰਮਾਤਮਾ ਹੁੰਦੇ ਨੇ ਉਹਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਜਿਵੇਂ ਸਤਿਗੁਰ ਦੀ ਗੁਰਬਾਣੀ ਕਹਿੰਦੀ, ਜਿਸਕਾ ਸਾਹਿਬ ਡਾਡਾ ਹੋਏ ਤਿਸਕੋ ਮਾਰ ਨਾ ਸਕੇ ਕੋਏ। ਉਹਨੂੰ ਕੋਈ ਮਾਰ ਨਹੀਂ ਸਕਦਾ, ਉਹਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ। ਦੁਨੀਆ ਦੇ ਲੋਕ ਭਾਵੇਂ ਆਪਣੇ ਮਤ ਅਨੁਸਾਰ ਬੜੀਆਂ ਵਿਚਾਰਾਂ ਕਰਨ, ਮਨੁੱਖ ਚੰਗੇ ਭਲੇ ਤੁਰਦੇ ਫਿਰਦੇ ਨੂੰ ਡੇਗਣ ਦੀ ਆਦਤ ਹੈ ਮਨੁੱਖਾਂ ਦੀ। ਉਸ ਵਕਤ ਕਹਿੰਦੇ ਚੰਗੇ ਭਲੇ ਮਨੁੱਖ ਨੂੰ ਦੁੱਖ ਦੇਣ ਦੀ ਮਨ ਦੇ ਵਿੱਚ ਖੁਆਇਸ਼ ਹੈ ਮਨੁੱਖ ਦੀ, ਇਸ ਆਧਾਰ ਤੇ ਬੜਾ ਦੁੱਖ ਦੇਣ ਦਾ ਯਤਨ ਕਰਦੇ, ਇੱਥੋਂ ਤੱਕ ਜਾਨ ਤੋਂ ਮਾਰਨ ਦੀਆਂ ਵੀ ਮਨ ਵਿੱਚ ਆਸਾਂ ਮੁਰੀਦਾਂ ਰੱਖੀ ਫਿਰਦੇ ਰਹਿੰਦੇ ਨੇ। ਪਰ ਕਹਿੰਦੇ ਜਿਹਦਾ ਖੁਦਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਰਖਵਾਲਾ ਏ, ਉਸ ਮਨੁੱਖ ਦਾ ਵਾਲ ਵਿੰਗਾ ਨਹੀਂ ਹੁੰਦਾ। ਸਤਿਗੁਰ ਜੀ ਫਿਰ ਤੇ ਮੌਤ ਦੇ ਮੂੰਹ ਚੋਂ ਵੀ ਕੱਢ ਲੈਂਦੇ ਨੇ, ਆਪ ਕਿਰਪਾ ਕਰ ਦਿੰਦੇ ਨੇ। ਕਈ ਦਫਾ ਸਾਡੇ ਨਾਲ ਵੀ ਇਦਾਂ ਬੀਤਦਾ, ਅਸੀਂ ਵੇਖਨੇ ਆ ਕਿ ਫਲਾਣਾ ਕਾਰਜ ਹੋਇਆ, ਜਮਾ ਇਹ ਮੌਤ ਦੇ ਮੁਖ ਦੇ ਵਿੱਚ ਚਲੇ ਗਏ ਸਾਂ, ਪਰ ਸਤਿਗੁਰ ਨੇ ਮੌਤ ਦੇ ਮੂੰਹ ਚੋਂ ਵੀ ਕੱਢ ਲਿਆ, ਬਖਸ਼ਿਸ਼ ਕਰ ਦਿੱਤੀ। ਕਹਿੰਦੇ ਤੇਰੇ ਨਾਲ ਦੇ ਮਨੁੱਖ ਨੂੰ ਜਕਦਮ ਮੌਤ ਨੇ ਝਪਟ ਮਾਰ ਲਈ, ਤੈਨੂੰ ਕੁਝ ਕਿਉਂ ਨਹੀਂ ਹੋਇਆ?
क्योंकि तेरे ते सतगुर ने कृपा की, अजे तेरा समा नहीं आया, अजे वो तेरी विचार प्राप्त नहीं हुई, मौत के मुख विचों भी कढ़ लिया। हाँ पर जदों समा आ गया फिर ते कहंदे चंगा भला मनुख तुरिया जांदा, जिड्डा मर्जी यतन कर लईए बचाउण दा, तुरे जांदे मनुख दी उदां दी विचार प्राप्त हो जांदी है। फिर कोई बचाउण वाला नहीं, जिड्डा मर्जी यतन कर ली, जिद्दां मर्जी विचार प्राप्त कर लिए। सतगुरु जी कहंदे फिर कोई बचाउण वाला संसार दे विच पैदा नहीं होया, ते जे सतगुरु जी बचाउण वाले फिर कोई मारन वाला पैदा नहीं होया। इस करके ताते रहो विचार। हुण गुरु गोबिंद सिंह महाराज दे सीने दा निशाना बिन के हरी चंद ने जदों मारिया ना तीर, सतगुर दे जख्म कीता, थोड़ा जिहा खून निकलिया, कुछ क बूंदा। सतगुर जी बड़े खुश होए ने, कहंदे जोधियां वाला काम कीता, बहुत वधिया। असल दे विच पछाण मनुख दी मनुख दे काम तो आउंदी है। मनुख दा जिद्दां दा काम ना उहदे काम तो उस मनुख दी पछाण आउंदी कि किद्दां दी विचार दा मालक है, किड्डी क करतूत दा मालक है, पता लग जांदा। उस वक्त सतगुर ने शाबाश दित्ती, कहंदे तेरे काम तो ही पछाण हो गई, पता लग गया तू बहुत वड्डा सूरमा योद्धा महाबली है, तेरे ते खुदा दी परमात्मा दी कृपा। उस वक्त गुरु गोबिंद सिंह महाराज ने अपने चिल्ले विचों, अपने पत्थे विचों तीर कढ़िया। तीर दे विचार नूं देख के गुरु गोबिंद सिंह महाराज ने कमान दे चिल्ले ते तीर चाड़ के उस वक्त बचन कीते, कहंदे हरी चंद जी तुसी तीर छड्डे ने 3 वार कीते ने, तुहानू समा दिता, पर जेड़े वार तुसी कीते ने ਉਹ ਤੁਹਾਡੇ ਵਾਰ ਚੂਕ ਗਏ ਨੇ। ਹੁਣ ਵਾਰ ਇਦਾਂ ਨਹੀਂ ਜਿਵੇਂ ਤੁਸੀਂ ਕੀਤਾ, ਵਾਰ ਇਦਾਂ ਨਹੀਂ, ਵਾਰ ਇਦਾਂ ਹੁੰਦੇ ਜਿਵੇਂ ਅਸੀਂ ਕਰ ਲੱਗੇ ਆ। ਸਤਿਗੁਰ ਨੇ ਉਹ ਪੱਥੇ ਵਿੱਚੋਂ ਤੀਰ ਕੱਢਿਆ, ਤੀਰ ਕੱਢ ਕੇ ਕਮਾਨ ਦੇ ਚਿੱਲੇ ਤੇ ਚਾੜਿਆ। ਸਤਿਗੁਰ ਨੇ ਜਕਦਮ ਕੰਨ ਤੱਕ ਉਹ ਚਿੱਲੇ ਨੂੰ ਖਿੱਚ ਕੇ ਜਦੋਂ ਤੀਰ ਛੱਡਿਆ ਨਾ, ਉਹ ਤੀਰ ਸਤਿਗੁਰ ਦੇ ਕਮਾਨ ਚੋਂ ਨਿਕਲ ਕੇ ਸਭ ਵਾਂਗ ਗੂੰਜਦਾ ਹੋਇਆ, ਸ਼ੂਕਦਾ ਹੋਇਆ, ਉੱਡਦਾ ਤੀਰ ਉਹ ਹਰੀ ਚੰਦ ਵੱਲ ਜਾ ਰਿਹਾ। ਹੁਣ ਇਹ ਤੀਰ ਕੱਲਾ ਤੀਰ ਨਹੀਂ ਜਾ ਰਿਹਾ, ਹਰੀ ਚੰਦ ਦੀ ਮੌਤ ਨਾਲ ਲੈ ਕੇ ਜਾ ਰਿਹਾ। ਜਿਹੜੇ ਹਰੀ ਚੰਦ ਨੂੰ ਸਤਿਗੁਰ ਨੇ ਇਸ ਜੰਗ ਮੈਦਾਨ ਦੇ ਵਿੱਚ ਢੇਰ ਕਰਨਾ, ਮਿੱਟੀ ਕਰਨਾ, ਇਹਦੀ ਵੱਡੀ ਸੂਰਮਤਾ ਦੀ ਜਿਹੜੀ ਵਿਚਾਰ ਹੈ ਉਹਨੂੰ ਖਤਮ ਕਰਨਾ ਗੁਰੂ ਸਤਿਗੁਰ ਨੇ ਜਦੋਂ ਤੀਰ ਛੱਡਿਆ। ਸ਼ੂਕਦਾ ਜਾਂਦਾ ਤੀਰ ਸਤਿਗੁਰ ਜੀ ਦੇ ਵੱਲੋਂ ਛੱਡਿਆ, ਹਰੀ ਚੰਦ ਵੱਲ ਜਾ ਰਿਹਾ ਤੇ ਹਰੀ ਚੰਦ ਬੈਠਾ ਦੇਖ ਰਿਹਾ। ਸਤਿਗੁਰ ਨੇ ਵਾਰ ਕੀਤਾ, ਉਹਨੇ ਪਹਿਲਾ ਵਾਰ ਹੈ ਨਾ ਜਿਹੜਾ ਆਪਣੇ ਘੋੜੇ ਨੂੰ ਇਰਦ ਗਿਰਦ ਕਰਦੇ ਸੰਭਾਲ ਲਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੀਰ ਜਾ ਕੇ ਹਰੀ ਚੰਦ ਦੇ ਘੋੜੇ ਦੇ ਲੱਗਿਆ। ਉਹ ਘੋੜੇ ਨੂੰ ਚੀਰਦਾ ਹੋਇਆ ਤੀਰ ਦੂਜੇ ਪਾਸੇ ਦੀ ਲੰਘ ਗਿਆ, ਸਰੀਰ ਦੇ ਵਿੱਚ ਦੀ ਸਰੀਰ ਨੂੰ ਵਿੰਨ ਕੇ ਰੱਖ ਦਿੱਤਾ। ਉਸ ਵਕਤ ਘੋੜਾ ਜਕਦਮ ਤੜਫਦਾ ਹੋਇਆ ਮਰ ਗਿਆ, ਉੱਥੇ ਹੀ ਪ੍ਰਾਣ ਤਿਆਗ ਗਿਆ। ਤੇ ਸਤਿਗੁਰੂ ਜੀ ਨੇ ਦੂਜਾ ਤੀਰ ਛੱਡਿਆ। ਉਹ ਹਰੀ ਚੰਦ ਨੇ ਵਿਚਾਰ ਕੀਤੀ, ਹੁਣ ਇਹ ਤੀਰ ਦੀ ਵੀ ਵਿਚਾਰ ਪ੍ਰਾਪਤ ਕਰ ਲਵਾਂਗਾ, ਪ੍ਰਾਪਤ ਕਰ ਲਵਾਂਗਾ, ਸਤਿਗੁਰੂ ਜੀ ਦਾ ਸਹਾਰ ਲਵਾਂਗਾ। ਹੁਣ ਸਤਿਗੁਰੂ ਜੀ ਕਈ ਦਫਾ ਇਦਾਂ ਦੇ ਮਨੁੱਖਾਂ ਨੂੰ ਜੀਵਤ ਰਹਿਣ ਦਾ ਸਤਿਗੁਰੂ ਜੀ ਇੱਕ ਮੌਕਾ ਦਿੰਦੇ ਨੇ ਸੁਧਰਨ ਦਾ, ਪਰ ਉਸ ਵਕਤ ਹਰੀ ਚੰਦ ਸੁਧਰਿਆ ਨਹੀਂ। ਉਹਨੇ ਸਤਿਗੁਰ ਦੇ ਵੱਲ ਤੀਰ ਛੱਡਣ ਦੀ ਵਿਚਾਰ ਕੀਤੀ, ਹਲੇ ਵਿਚਾਰ ਕਰ ਹੀ ਰਿਹਾ ਸੀ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੂਜਾ ਤੀਰ ਆਪਣੇ ਪੱਥੇ ਵਿੱਚੋਂ ਕੱਢਿਆ, ਕਮਾਨ ਦੇ ਉੱਤੇ ਪਾ ਕੇ ਚੱਲੇ ਤੇ ਚਾੜਿਆ ਤੀਰ। ਉਹ ਦੂਜਾ ਤੀਰ ਛੱਡਿਆ, ਤੀਰ ਸ਼ੂਕਦਾ ਹੋਇਆ ਉਸੇ ਤਰ੍ਹਾਂ ਗਿਆ। ਉਹ ਜਾ ਕੇ ਹਰੀ ਚੰਦ ਦੇ ਸੀਨੇ ਵਿੱਚ ਲੱਗਿਆ। ਸੀਨੇ ਵਿੱਚ ਲੱਗਣ ਦੇ ਕਾਰਨ ਕਰਕੇ ਹਰੀ ਚੰਦ ਉੱਥੇ ਹੀ ਪ੍ਰਾਣ ਤਿਆਗ ਗਿਆ, ਮਰ ਗਿਆ।
ਮਿਰਦੂ ਹੋ ਗਿਆ, ਤੜਫਦਾ ਹੋਇਆ ਧਰਤੀ ਤੇ ਡਿੱਗ ਕੇ ਪ੍ਰਾਣ ਤਿਆਗ ਗਿਆ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਵੇਲੇ ਜੰਗ ਮੈਦਾਨ ਦੀ ਫਤਿਹ ਕਰਨ ਵਾਸਤੇ ਆਪ ਜੰਗ ਵਿੱਚ ਉਤਰੇ ਨੇ। ਕਾਫੀ ਪਾਪੀਆਂ ਦੇ ਮਨੁੱਖਾਂ ਨੂੰ, ਇਸ ਦਲ ਦੀ ਫੌਜ ਨੂੰ ਮੌਤ ਦੇ ਘਾਟ ਉਤਾਰ ਕੇ ਵੱਡਾ ਕਾਰਜ ਸਤਿਗੁਰੂ ਨੇ ਸੰਪੰਨ ਕਰ ਦਿੱਤਾ, ਫਤਿਹ ਕਰ ਦਿੱਤਾ। ਹੁਣ ਜਦੋਂ ਉਹਨਾਂ ਨੂੰ ਪਤਾ ਲੱਗਿਆ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਖੁਦ ਨਿਤਰੇ ਨੇ, ਸਾਡਾ ਹੁਣ ਕੁਝ ਨਹੀਂ ਵੱਟੀ ਦਾ, ਉਹਨਾਂ ਨੇ ਸਤਿਗੁਰੂ ਜੀ ਤੋਂ ਭੈ ਖਾ ਕੇ, ਡਰ ਮੰਨ ਕੇ ਇਧਰ ਜਿਹੜੀ ਗਿਰੀ ਨਦੀ ਹੈ ਇਧਰ ਵੱਲ ਕਹਿੰਦੇ ਭੱਜਣ ਲੈਣਾ ਕੀਤਾ। ਹੁਣ ਗਿਰੀ ਨਦੀ ਇਦਾਂ ਦੀ ਆ, ਉਹ ਨਦੀ ਆ ਕੇ ਜਮਨਾ ਨਦੀ ਵਿੱਚ ਪੈਂਦੀ, ਗਿਰੀ ਨਦੀ। ਇਹ ਵੀ ਕਾਫੀ ਪਾਣੀ ਇਹਦਾ ਕਹਿੰਦੇ ਵੱਡੇ ਪੱਧਰ ਤੇ ਵਗ ਰਿਹਾ ਸੀ। ਹੁਣ ਜਿਹੜੇ ਮਨੁੱਖ ਉਹ ਫੌਜ ਦੇ ਤੈਰਨਾ ਜਾਣਦੇ, ਉਹ ਤਾਂ ਤੈਰ ਗਏ, ਨਦੀ ਨੂੰ ਪਾਰ ਕਰ ਗਏ। ਜਿਨ੍ਹਾਂ ਨੂੰ ਤੈਰਨਾ ਨਹੀਂ ਆਉਂਦਾ, ਉਹ ਸਤਿਗੁਰੂ ਜੀ ਤੋਂ ਭੈ ਖਾ ਕੇ ਡਰਦੇ ਮਾਰੇ ਭੱਜੇ ਜਾਂਦੇ। ਸਤਿਗੁਰੂ ਨੇ ਹੁਕਮ ਕੀਤਾ, ਸਿੱਖੋ ਭੱਜੇ ਜਾਂਦਿਆਂ ਤੇ ਵਾਰ ਨਾ ਕਰਿਓ। ਭੱਜੇ ਜਾਂਦੇ ਨਿਹੱਤੇ ਮਨੁੱਖ ਤੇ ਵਾਰ ਨਹੀਂ ਕਰਨਾ। ਇਹ ਸਤਿਗੁਰ ਦਾ ਪਵਿੱਤਰ ਵਚਨ ਹੈ, ਸਿੱਖਾਂ ਨੂੰ ਉਪਦੇਸ਼ ਹੈ। ਭੱਜੇ ਜਾਂਦੇ ਤੇ ਵਾਰ ਨਹੀਂ ਕਰਨਾ। ਉਹ ਆਪਣੀ ਜਾਨ ਬਚਾਉਂਦੇ ਮਾਰੇ ਕਾਲੀ ਕਾਲੀ ਤੜਥਲ ਮਚਾਉਂਦੇ ਜਾਂਦੇ, ਭੱਜੇ ਜਾਂਦੇ ਨੇ। ਹੁਣ ਭੱਜੇ ਜਾਂਦੇ ਜਾਂਦਿਆਂ ਦੇ ਕਈ ਪਾਪੀਆਂ ਦੀ ਜਿਹੜੀ ਫੌਜ ਹੈ, ਉਹਨਾਂ ਦੇ ਮਨੁੱਖ ਭੱਜੇ ਜਾਂਦੀ ਇੱਕ ਦੂਜੇ ਦੇ ਉੱਤੇ ਲੜਤਾੜੇ ਜਾਂਦੇ ਨੇ। ਉਹ ਆਪਣੇ ਆਪ ਪ੍ਰਾਣ ਤਿਆਗੀ ਜਾਂਦੇ ਨੇ, ਮਰੀ ਜਾਂਦੇ ਨੇ ਭੱਜੇ ਜਾਂਦੀ। ਜਦੋਂ ਭੱਜੇ ਗਏ ਕੁਝ ਕੁ ਬਚ ਗਏ ਨੇ। ਹੁਣ ਕੁਝ ਕੁ ਮਨੁੱਖ ਕਾਲੀ ਕਾਲੀ ਦੇ ਵਿੱਚ ਉਹ ਗਿਰੀ ਨਦੀ ਵਿੱਚ ਛਾਲ ਮਾਰ ਗਏ। ਜਿਨ੍ਹਾਂ ਨੂੰ ਤੇ ਤੈਰਨਾ ਆਉਂਦਾ ਉਹ ਤੇ ਦੂਜੇ ਪਾਸੇ ਲੱਗ ਗਏ। ਜਿਨ੍ਹਾਂ ਨੂੰ ਤੈਰਨਾ ਨਹੀਂ ਨਾ ਆਉਂਦਾ, ਉਹ ਵਿਚਕਾਰ ਹੀ ਪਾਣੀ ਦੇ ਡੁੱਬ ਗਏ, ਮੌਤ ਨੂੰ ਪ੍ਰਾਪਤ ਕਰ ਗਏ। ਸਤਿਗੁਰ ਦੇ ਸਿੱਖਾਂ ਦੇ ਮਾਰੇ ਤੋਂ ਬਿਨਾਂ ਹੀ ਮਰ ਗਏ। ਹੁਣ ਜਿਹੜਾ ਮਨੁੱਖ ਪਾਪੀ, ਉਹਨੂੰ ਮਾਰਨ ਦੀ ਲੋੜ ਨਹੀਂ ਪੈਂਦੀ, ਆਪਣੇ ਆਪ ਹੀ ਮਰ ਜਾਂਦਾ। ਸਤਿਗੁਰੂ ਜੀ ਕਹਿੰਦੇ ਸੰਸਾਰ ਵਿੱਚ ਵਿਚਾਰ ਕਰਿਆ ਕਰੋ। ਸਤਿਗੁਰੂ ਜੀ ਕਹਿੰਦੇ ਜੇਕਰ ਕੋਈ ਮਨੁੱਖ ਕਿਸੇ ਦੀ ਮਾੜੀ ਸੋਚ ਵਿਚਾਰ ਰੱਖਦਾ ਨਾ, ਤੇ ਉਹ ਮਨੁੱਖ ਦੇ ਨਾਲ ਲੜਨ ਦੀ, ਝਗੜਨ ਦੀ ਕੋਈ ਲੋੜ ਨਹੀਂ। ਸਤਿਗੁਰੂ ਜੀ ਕਹਿੰਦੇ ਜਿਵੇਂ ਕੋਈ ਮਨੁੱਖ ਇਦਾਂ ਦੀ ਵਿਚਾਰ ਰੱਖੇ, ਉਹ ਮਨੁੱਖ ਦੀ ਇਹ ਵਿਚਾਰ ਹੀ ਆਖਰਕਾਰ ਉਹਦੇ ਗਲ ਦਾ ਫੰਦਾ ਬਣ ਜਾਂਦੀ ਹੈ। ਉਸ ਮਨੁੱਖ ਨੂੰ ਇਹ ਵਿਚਾਰ ਇਦਾਂ ਦੀ ਮਾੜੀ ਸੋਚ, ਮਾੜੀ ਮਾਤੀ ਲੈ ਕੇ ਵਹਿ ਜਾਂਦੀ ਹੈ। ਆਪਣੇ ਮਨ ਦੇ ਵਿੱਚ ਉਹਦੇ ਸੋਚਦਾ ਮੈਂ ਚੰਗਾ ਕੰਮ ਕਰਦਾ, ਕਿਸੇ ਮਨੁੱਖ ਨੂੰ ਨੀਚ ਦਿਖਾ ਕੇ ਆਪਣੇ ਆਪ ਨੂੰ ਵਧੀਆ ਚੰਗਾ ਸਾਬਤ ਕਰਨਾ। ਪਰ ਸਤਿਗੁਰੂ ਜੀ ਕਹਿੰਦੇ ਉਹ ਮਨੁੱਖ ਆਪਣੇ ਵਾਸਤੇ ਫੰਦਾ ਤਿਆਰ ਕਰ ਰਿਹਾ, ਆਪਣੇ ਆਪ ਦੇ ਵਾਸਤੇ ਇਹ ਮੌਤ ਦੀ ਵਿਚਾਰ ਪ੍ਰਾਪਤ ਕਰਦੇ ਆ, ਦੁੱਖਾਂ ਦਾ ਕਾਰਨ ਖਾਣ ਬਣਾ ਰਿਹਾ ਆਪਣੇ ਦੁੱਖਾਂ ਦੀ। ਉਸ ਵਕਤ ਸਤਿਗੁਰੂ ਜੀ ਕਿਰਪਾ ਕਰਦੇ, ਬਖਸ਼ਿਸ਼ ਕਰਦੇ ਨੇ। ਕਹਿੰਦੇ ਕੋਈ ਇਦਾਂ ਦੀ ਮਾੜੀ ਨੀਅਤ ਵਾਲਾ ਮਨੁੱਖ ਹੋਵੇ, ਉਹਦੇ ਨਾਲ ਝਗੜਨ ਦੀ, ਲੜਨ ਦੀ ਲੋੜ ਨਹੀਂ। ਉਹ ਆਪਣੇ ਆਪ ਆਪਣੇ ਕੀਤੇ ਕਰਮਾਂ ਦੇ ਬੁਣੇ ਹੋਏ ਜਾਲ ਦੇ ਵਿੱਚ ਫਸ ਕੇ ਮਰ ਜਾਂਦਾ ਏ। ਹੁਣ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਭੱਜੇ ਹੋਏ ਪਾਪੀਆਂ ਦੇ ਉੱਤੇ ਵਾਰ ਕਰਨ ਦੀ ਲੋੜ ਨਹੀਂ, ਇਹਨਾਂ ਨੇ ਤੇ ਆਪ ਹੀ ਮਰ ਜਾਣਾ। ਉਸੇ ਤਰ੍ਹਾਂ ਹੋਇਆ। ਹੁਣ ਭੀਖਨ ਖਾਂ ਵੀ ਮਾਰ ਦਿੱਤਾ ਗਿਆ, ਨਿਜਾਬਦ ਖਾਂ ਵੀ ਮਾਰ ਦਿੱਤਾ ਗਿਆ। ਤੇ ਸਤਿਗੁਰੂ ਨੇ ਕਿਰਪਾ ਕੀਤੀ, ਕਾਫੀ ਫੌਜ ਦੇ ਜਿਹੜੇ ਮੇਨ ਸਰਦਾਰ ਮਾਰ ਦਿੱਤੇ ਨੇ। ਰਾਜਾ ਫਤਿਹ ਸ਼ਾਹ ਉਹ ਆਪਣੀ ਜਾਨ ਪਿਆਰੀ ਮਨ ਦਾ ਮੁੱਖ ਮੇਨ ਹੈ, ਇਹਨਾਂ ਦਾ ਸਰਦਾਰ ਮੇਨ ਰਾਜਾ ਹੈ ਫੌਜ ਦਾ। ਉਹ ਭਜਿਆ ਜਾਂਦਾ, ਆਪ ਦੇ ਨਦੀ ਪਾਰ ਕਰ ਗਿਆ। ਜਿਹੜੇ ਤੈਰਨਾ ਜਾਣਦੇ ਉਹ ਵੀ ਨਦੀ ਪਾਰ ਕਰ ਗਏ ਨੇ। ਕੁਝ ਕੁ ਮਨੁੱਖ ਹੈ ਜਿਹੜੇ ਵੱਡੀ ਗਿਣਤੀ ਦੇ, ਜਿਨ੍ਹਾਂ ਨੂੰ ਤੈਰਨਾ ਨਹੀਂ ਆਉਂਦਾ, ਉਹਨਾਂ ਨੇ ਛਾਲ ਤੇ ਮਾਰਤੀ ਨਦੀ ਵਿੱਚ, ਗਿਰੀ ਨਦੀ ਵਿੱਚ। ਇਹ ਉੱਚੀ ਪਹਾੜੀ ਦੀ ਚੜ੍ਹਾਈ ਚੜੀ ਹੈ, ਜਿੱਥੇ ਮਸੂਰੀ ਚੜ੍ਹਾਈ ਆਉਂਦੀ ਨਾ, ਹੁਣ ਅਜੋਕੇ ਸਮੇਂ ਦੇ ਵਿੱਚ ਉੱਥੇ ਮਸੂਰੀ ਚੜ੍ਹਾਈ ਜਿਹੜੀ ਪ੍ਰਸਿੱਧ ਹੈ, ਉਹ ਚੜ੍ਹਾਈ ਦੇ ਉੱਤੇ ਚੜ੍ਹਦੇ ਚੜ੍ਹਦੇ ਜਾਂਦੇ ਦੂਜੇ ਪਾਸੇ ਗਿਰੀ ਨਦੀ ਵਿੱਚ ਛਾਲਾਂ ਮਾਰੀਆਂ ਆਪਣੀ ਜਾਨ ਬਚਾਉਣ ਦੇ ਮਾਰਿਆਂ ਨੇ। ਪਰ ਕਹਿੰਦੇ
ਉਹ ਜਾਨ ਬਚਾਉਂਦੇ ਬਚਾਉਂਦੇ ਜਾਨ ਗਵਾ ਕੇ ਬਹਿ ਗਏ, ਕਿਉਂਕਿ ਡੁੱਬ ਗਏ ਨੇ ਪਾਣੀ ਵਿੱਚ, ਪਾਣੀ ਦੇ ਬਹਾਨੇ ਬਹਾ ਕੇ ਲੈ ਗਏ। ਉਸ ਵਕਤ ਕੁਝ ਕੁ ਜਿਹੜੇ ਨੇ ਦੂਜੇ ਪਾਸੇ ਲੱਗੇ। ਹੁਣ ਜਦੋਂ ਪਤਾ ਲੱਗਿਆ ਨੇ ਇਧਰ ਸ਼੍ਰੀਨਗਰ ਵਿਖੇ ਰਾਜਾ ਫਤਿਹ ਸ਼ਾਹ ਦੇ ਇਧਰ ਇਲਾਕੇ ਦੇ ਵਿੱਚ ਕਿ ਰਾਜਾ ਫਤਿਹ ਸ਼ਾਹ ਜੰਗ ਹਾਰ ਗਿਆ। ਕਾਫੀ ਵੱਡੀ ਫੌਜ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ। ਹੁਣ ਜਿਹੜੇ ਜਿਹੜੇ ਸਿਪਾਹੀ ਮਰੇ ਨੇ, ਜਿਹੜੇ ਜਿਹੜੇ ਸੂਰਮੇ ਮਰੇ ਆ, ਉਹਨਾਂ ਦੇ ਘਰਾਂ ਵਿੱਚ ਸੱਥਰ ਵਿਸ ਗਏ। ਰੋਣ ਕਰਲਾਉਣ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਉਸ ਵਕਤ ਇੱਕ ਦੂਜੇ ਦੇ ਗਲ ਲੱਗ ਕੇ ਬਿਰਲਾਪ ਕਰਦੇ ਨੇ, ਦੁੱਖ ਮਨਾਉਂਦੇ ਨੇ ਕਿ ਸਾਡਾ ਮਨੁੱਖ ਲੜਦਾ ਹੋਇਆ ਜੰਗ ਮੈਦਾਨ ਵਿੱਚ ਮਾਰ ਦਿੱਤਾ ਗਿਆ। ਤੇ ਉਸ ਵਕਤ ਬੜਾ ਰੋਣ ਕਰਾਉਣ ਦੀਆਂ ਆਵਾਜ਼ਾਂ ਆਉਂਦੀਆਂ, ਦੁੱਖ ਮਨਾ ਰਹੇ ਨੇ, ਆਪਣੇ ਆਪ ਦੇ ਵਿੱਚ ਪਛਤਾਵ ਕਰਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਇਦਾਂ ਦੀ ਵਿਚਾਰ ਨਹੀਂ ਸੀ ਕਰਨੀ ਚਾਹੀਦੀ, ਜੰਗ ਮੈਦਾਨ ਦਾ ਫੈਸਲਾ ਨਹੀਂ ਸੀ ਲੈਣਾ ਚਾਹੀਦਾ ਸਤਿਗੁਰ ਦੇ ਸਨਮੁਖ। ਉਹ ਇਦਾਂ ਵਿਚਾਰ ਕਰਕੇ ਹੁਣ ਰੋਣ ਕਰਲਾਉਣ ਪਿੱਟਣ ਦੀਆਂ ਆਵਾਜ਼ਾਂ ਪਈਆਂ ਹੁੰਦੀਆਂ ਥਾਂ ਥਾਂ ਤੇ। ਕਈ ਦਫਾ ਇੱਕ ਇੱਕ ਘਰ ਦੇ 2-2 3-3 ਮਨੁੱਖ ਹੈ ਜਿਹੜੇ ਰਾਜਾ ਫਤਿਹ ਸ਼ਾਹ ਦੀ ਫੌਜ ਦੇ ਵਿੱਚ ਨੌਕਰੀ ਅੰਦਰ ਕਰਮ ਕਰਦੇ ਸਨ, ਉਹ ਮਨੁੱਖ 3-3 ਮਨੁੱਖ ਮਾਰ ਦਿੱਤੇ ਗਏ, 4-4 ਮਨੁੱਖ ਮਾਰ ਦਿੱਤੇ ਗਏ। ਹੁਣ ਇੱਕ ਘਰ ਦੇ ਵਿੱਚ ਇੱਕ ਇਦਾਂ ਦਾ ਵਿਚਾਰ ਪ੍ਰਾਪਤ ਹੋਵੇ, ਬਹੁਤ ਵੱਡੇ ਦੁੱਖ ਦੀ ਗੱਲ ਹੈ। ਜਿੱਥੇ ਇਦਾਂ ਦੀਆਂ ਕਈ ਮੌਤਾਂ ਹੋਈਆਂ ਹੋਣ, ਇਦਾਂ ਦੀ ਮਾੜੀ ਵਿਚਾਰ ਪ੍ਰਾਪਤ ਹੋਈ ਹੋਵੇ, ਉੱਥੇ ਉਸ ਘਰ ਦੇ ਵਿੱਚ ਕਿੱਦਾਂ ਦਾ ਮਾਹੌਲ ਹੋਵੇਗਾ, ਇਹ ਮਹਿਸੂਸ ਕਰਕੇ ਦੇਖਿਓ ਉਹਨਾਂ ਦੀ ਵਿਚਾਰ ਦੇ ਆਧਾਰ ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ। ਉਸ ਵਕਤ ਕਹਿੰਦੇ ਇਦਾਂ ਦੀ ਵਿਚਾਰ ਬਣੀ। ਇਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ ਸਿੱਖ ਸ਼ਹੀਦ ਹੋਏ ਨੇ, ਉਹਨਾਂ ਦੀ ਪਛਾਣ ਕਰ ਕਰਕੇ ਉਹਨਾਂ ਦੇ ਜਿਹੜੇ ਸ਼ਹੀਦ ਹੋਏ ਸਰੀਰ ਹੈ ਉਹ ਚੁੱਕ ਕੇ ਬੜੇ ਅਦਬ ਸਤਿਕਾਰ ਦੇ ਨਾਲ ਪੌਂਟਾ ਸਾਹਿਬ ਦੀ ਧਰਤੀ ਤੇ ਲਿਜਾਏ ਗਏ। ਉੱਥੇ ਲਿਜਾ ਕੇ ਜਿਵੇਂ ਸੰਗੋ ਸ਼ਾਹ ਜੀ ਵਰਗੇ, ਭਾਈ ਇਧਰ ਮੱਲ ਵਰਗੇ, ਇਹਨਾਂ ਦੇ ਸਰੀਰ ਜਿਹੜੇ ਬੜੇ ਅਦਬ ਸਤਿਕਾਰ ਦੇ ਨਾਲ ਚੁੱਕ ਕੇ ਜਾ ਕੇ ਪੌਂਟਾ ਸਾਹਿਬ ਦੀ ਧਰਤੀ ਤੇ ਸੰਸਕਾਰ ਕਰ ਦਿੱਤੇ ਗਏ, ਆਖਰੀ ਕਿਰਿਆ ਕਰ ਦਿੱਤੀ ਗਈ। ਸਤਿਗੁਰ ਦੇ ਪਾਵਨ ਪਵਿੱਤਰ ਬਚਨਾਂ ਦੇ ਨਾਲ ਉਹ ਵਿਚਾਰ ਪ੍ਰਾਪਤ ਹੋਣਾ ਕੀਤੀ ਹੈ। ਇਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੰਗ ਮੈਦਾਨ ਦੇ ਵਿੱਚੋਂ ਫਤਿਹ ਪ੍ਰਾਪਤ ਕੀਤੀ। ਹੁਣ ਇਧਰ ਪੌਂਟਾ ਸਾਹਿਬ ਦੀ ਧਰਤੀ ਤੇ ਥਾਂ ਥਾਂ ਤੇ ਪਤਾ ਲੱਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੰਗ ਮੈਦਾਨ ਦੇ ਵਿੱਚ ਫਤਿਹ ਪ੍ਰਾਪਤ ਕੀਤੀ। ਖੁਸ਼ੀਆਂ ਮਨਾਈਆਂ ਗਈਆਂ, ਵੱਡੇ ਪੱਧਰ ਤੇ ਜਕਾਰੇ ਲਾਏ ਗਏ ਨੇ। ਹੁਣ ਜਿਹੜੇ ਗੁਰਸਿੱਖ ਕਾਫੀ ਦਿਨਾਂ ਤੋਂ ਜੰਗ ਮੈਦਾਨ ਦੇ ਵਿੱਚ ਲੜ ਰਹੇ ਸਨ, ਜੁਝ ਰਹੇ ਸਨ, ਉਹਨਾਂ ਨੇ ਆ ਕੇ ਵਧੀਆ ਠੰਡੇ ਸੀਤਲ ਜਲ ਦੇ ਨਾਲ ਇਸ਼ਨਾਨ ਕੀਤਾ, ਸਤਿਗੁਰ ਦੀ ਗੁਰਬਾਣੀ ਦਾ ਜਾਪ ਕੀਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਭਨਾਂ ਦੇ ਉੱਤੇ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ। ਉਸ ਵਕਤ ਦੀਵਾਨ ਸਜਾਏ ਨੇ, ਸਜੇ ਦੀਵਾਨਾਂ ਦੇ ਵਿੱਚ ਗੁਰਬਾਣੀ ਦੇ ਜਾਪ ਹੋਏ, ਅਕਾਲ ਪੁਰਖ ਪ੍ਰਮਾਤਮਾ ਦਾ ਧੰਨਵਾਦ ਕੀਤਾ, ਸ਼ੁਕਰਾਨਾ ਕੀਤਾ। ਹੁਣ ਜਿਹੜੇ ਜੰਗ ਮੈਦਾਨ ਦੇ ਵਿੱਚ ਜੂਝੇ ਸ਼ਹੀਦ ਹੋ ਗਏ, ਉਹਨਾਂ ਦੇ ਪ੍ਰਤੀ ਗੁਰਬਾਣੀ ਦੇ ਪ੍ਰਵਾਹ ਚਲਾਏ ਗਏ। ਤੇ ਬਾਅਦ ਵਿੱਚ ਜਿਹੜੇ ਜਿੱਤ ਕੇ ਵਾਪਸ ਆਏ, ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਨਾਮ ਵੰਡਣ ਦੀ, ਵੱਡੇ ਵੱਡੇ ਇਨਾਮ ਦੇਣ ਦੀ ਵਿਚਾਰ ਕੀਤੀ। ਕਹਿੰਦੇ ਇਹਨਾਂ ਨੇ ਬਹੁਤ ਜੀ ਜਾਨ ਲਾ ਕੇ ਜੰਗ ਮੈਦਾਨ ਦੇ ਵਿੱਚ ਜੂਝਣਾ ਕੀਤਾ, ਆਪਣੀ ਜਾਨ ਵਾਰਨ ਵਾਸਤੇ ਤਿਆਰ ਹੋ ਗਏ ਸਨ। ਕਹਿੰਦੇ ਇਹਨਾਂ ਨੂੰ ਹੁਣ ਇਨਾਮ ਦਿੱਤੇ ਜਾਣਗੇ, ਵੱਡੇ ਵੱਡੇ ਇਨਾਮ ਦਿੱਤੇ ਜਾਣਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਦਾਂ ਵਿਚਾਰ ਬਣਾਉਣਾ ਕੀਤੀ ਤੇ ਸਤਿਗੁਰੂ ਜੀ ਨੇ ਜਦੋਂ ਇਦਾਂ ਕਿਰਪਾ ਕੀਤੀ, ਗੁਰੂ ਪਿਆਰਿਓ, ਕਾਫੀ ਵੱਡੀ ਪੱਧਰ ਤੇ ਇਨਾਮ ਵੰਡਣ ਦੀ ਵਿਚਾਰ ਕੀਤੀ। ਸਿੱਖਾਂ ਦੇ ਮਨ ਦੇ ਵਿੱਚ ਹੋਰ ਖੁਸ਼ੀ ਦੀ ਲਹਿਰ ਛਾ ਗਈ ਨੇ। ਉਹ ਕਹਿਣ ਲੱਗੇ ਸਤਿਗੁਰੂ ਨੇ ਹੁਣ ਇਨਾਮ ਦੇਣੇ ਆ, ਵੱਡੀ ਬਖਸ਼ਿਸ਼ ਰਹਿਮਤ ਕਰਨੀ। ਇਨਾਮ ਪਤਾ ਨਹੀਂ ਹੁਣ ਕਿੱਦਾਂ ਦੇ ਦੇਣੇ ਆ, ਕੀ ਸਤਿਗੁਰੂ ਜੀ ਕਹਿਣਗੇ, ਕੀ ਬਖਸ਼ਿਸ਼ ਕਰਨਗੇ, ਕੋਈ ਪਤਾ ਨਹੀਂ। ਹੁਣ ਜਦੋਂ ਸਤਿਗੁਰੂ ਜੀ ਬਹੁਤੇ ਮਿਹਰਬਾਨ ਹੋਣ, ਦਇਆਵਾਨ ਹੋਣ, ਉਦੋਂ ਕੋਈ ਪਤਾ ਨਹੀਂ ਦੁਨੀਆ ਦਾ ਕਿਹੜਾ ਰਾਜ ਭਾਗ ਸਤਿਗੁਰੂ ਜੀ ਦੇ ਦੇਣ, ਕੋਈ ਪਤਾ ਨਹੀਂ। ਪਰ ਜਦੋਂ ਸਤਿਗੁਰੂ ਜੀ ਪ੍ਰਸੰਨ ਨਹੀਂ ਹੈ, ਦਇਆਵਾਨ ਨਹੀਂ ਹੈ, ਸਾਡੇ ਕਰਮਾਂ ਨੂੰ ਦੇਖ ਕੇ ਖੁਸ਼ ਨਹੀਂ ਹੁੰਦੇ, ਕਿਉਂਕਿ ਸਾਡੇ ਕਰਮ ਉਦਾਂ ਦੇ ਨੇ।
ਉਹ ਦੇਖ ਕੇ ਖੁਸ਼ ਨਹੀਂ ਹੁੰਦੇ। ਪਾਪ ਕਰਮ ਦੇਖ ਕੇ ਸਤਿਗੁਰੂ ਜੀ ਰੀਝਦੇ ਨਹੀਂ। ਉਦੋਂ ਭਾਵੇਂ ਜਿੰਨਾ ਮਰਜੀ ਜੀ ਜਾਨ ਲਾ ਕੇ ਸਤਿਗੁਰੂ ਜੀ ਤੋਂ ਮੰਗ ਲਓ, ਕੁਝ ਪ੍ਰਾਪਤ ਨਹੀਂ ਹੋਣਾ। ਪ੍ਰਾਪਤ ਤਾਂ ਹੋਵੇਗਾ ਜੇਕਰ ਸਤਿਗੁਰ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਕਰਕੇ ਸਤਿਗੁਰ ਦੀ ਮੱਤ ਅਨੁਸਾਰ ਚੱਲਾਂਗੇ, ਫੇਰ ਸਤਿਗੁਰ ਜੀ ਬਖਸ਼ਿਸ਼ ਕਰਨਗੇ। ਤਾਦੇ ਰੋ ਵਿਚਾਰ ਪਿਆਰੀ ਸੰਗਤ ਜੀ, ਆਓ ਉਸ ਕਥਾ ਵਿਚਾਰ ਦਾ ਜੋ ਸਮਾਏ ਸਮਾਪਤ ਹੋ ਚੁੱਕਿਆ। ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਗੇ ਕਿਵੇਂ ਸਤਿਗੁਰ ਜੀ ਇਨਾਮਾਂ ਦੀ ਵੰਡ ਕਰਦੇ ਆ, ਕੀ ਸਤਿਗੁਰੂ ਜੀ ਪ੍ਰਦਾਨ ਕਰਦੇ, ਕਿਹੜੇ ਸਿੱਖ ਦਾ ਕਿੱਦਾਂ ਦਾ ਜੌਹਰ ਦੇਖਿਆ ਜੰਗ ਦੇ ਵਿੱਚ, ਉਹਨੂੰ ਕਿਵੇਂ ਵਡਿਆਉਂਦੇ ਨੇ ਸਤਿਗੁਰੂ ਜੀ, ਕਿਵੇਂ ਵਡਿਆਈਆਂ ਪ੍ਰਦਾਨ ਕਰਦੇ। ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਜ ਦੀ ਵਿਚਾਰ ਇੱਥੋਂ ਤੱਕ ਪ੍ਰਵਾਨ ਕਰਨ ਲਈ ਸਤਿਗੁਰੂ ਨੇ ਜੰਗ ਮੈਦਾਨ ਦੇ ਵਿੱਚ ਫਤਿਹ ਪ੍ਰਾਪਤ ਕਰਕੇ ਸਿੱਖਾਂ ਦੇ ਵਿੱਚ ਵੱਡਾ ਜੋਸ਼ ਜਜ਼ਬਾ ਪੈਦਾ ਕਰ ਦਿੱਤਾ। ਇਦਾਂ ਸਤਿਗੁਰ ਦੀ ਕਿਰਪਾ ਰਹਿਮਤ ਬਣੀ ਹੈ। ਆਓ ਗੁਰੂ ਚਰਨਾਂ ਦੇ ਵਿੱਚ ਸਮਾਪਤੀ ਕਰਨ ਦਾ ਯਤਨ ਕਰੀ। ਅਗਲੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰ